गुड मॉर्निंग स्टूडेंट्स। राजे अज आपां अपनी बुक का नैक्सट पार्ट है जिहड़ा वो शुरू करांगे, जिहड़ा है इकनॉमिक्स। इकनॉमिक्स मतलब अर्थशास्त्र, अर्थ नाल रिलेटड, पैसे नाल रिलेटड सारे कंसैप्ट है जिहड़े वो आपां क्लीयर करांगे। इहदे विच अपना फर्स्ट चैप्टर आउंदा है बेसिक कंसैप्ट। बेसिक कंसैप्ट मतलब मुढ़लियां धारनावां, जरूरी गल्लां, जरूरी कंसैप्ट ਜਿਹੜੇ कि ਅੱਗੇ ਜਾ ਕੇ ਇਕਨੋਮਿਕਸ ਨੂੰ ਸਮਝਣ ਦੇ ਵਾਸਤੇ ਤੁਹਾਡੀ ਹੈਲਪ ਕਰਦੇ ਆ, ਜਿਨ੍ਹਾਂ ਦੇ ਬੇਸ 'ਤੇ ਇਕਨੋਮਿਕਸ ਆਪਾਂ ਸਮਝ ਸਕਦੇ ਹਾਂ। ਉਹ ਜਿਹੜੀਆਂ ਧਾਰਨਾਵਾਂ ਹੈ, ਉਹ ਜਿਹੜੇ ਕੰਸੈਪਟ ਆ, ਉਹਨਾਂ ਨੂੰ ਕਹਿੰਦੇ ਬੇਸਿਕ ਕੰਸੈਪਟ। ਅਤੇ ਇਸ ਚੈਪਟਰ ਦੇ ਵਿੱਚ ਆਪਾਂ ਬੇਸਿਕ ਕੰਸੈਪਟ ਹੀ ਕਲੀਅਰ ਕਰਾਂਗੇ। ਸੋ ਸਭ ਤੋਂ ਪਹਿਲਾਂ ਆਉਂਦਾ ਹੈ ਆਪਣੇ ਕੋਲ ਨੈਸ਼ਨਲ ਇਨਕਮ। ਨੈਸ਼ਨਲ ਇਨਕਮ ਦਾ ਮਤਲਬ ਰਾਸ਼ਟਰੀ ਆਮਦਨ। ਹੁਣ ਰਾਸ਼ਟਰੀ ਆਮਦਨ ਕੀ ਹੁੰਦੀ ਹੈ, ਇਹਦੇ ਬਾਰੇ ਆਪਾਂ ਇਹ ਦੇਖਾਂਗੇ। ਨੈਸ਼ਨਲ ਇਨਕਮ is the earned income by the normal residents of a country during 1 year। ਨੈਸ਼ਨਲ ਇਨਕਮ ਕਹਿੰਦੇ ਕਮਾਈ ਹੋਈ ਆਮਦਨ ਹੁੰਦੀ ਹੈ ਕਿੰਨਾਂ ਦੇ ਦੁਆਰਾ, ਜਿਹੜੇ ਨੋਰਮਲ ਰੈਜ਼ੀਡੈਂਟਸ ਆ, ਕੰਟਰੀ ਦੇ, ਦੇਸ਼ ਦੇ ਨੋਰਮਲ ਨਾਗਰਿਕ ਆ, ਉਹਨਾਂ ਦੁਆਰਾ 1 ਸਾਲ ਦੇ ਵਿੱਚ ਕਮਾਈ ਹੋਈ ਆਮਦਨ ਨੂੰ ਅਸੀਂ ਨੈਸ਼ਨਲ ਇਨਕਮ ਕਹਿੰਦੇ ਹਾਂ। ਦੁਬਾਰਾ ਮੈਂ ਫਿਰ ਰਿਪੀਟ ਕਰਦੀ ਹਾਂ, ਦੇਸ਼ ਦੇ ਨੋਰਮਲ ਨਾਗਰਿਕਾਂ ਦੇ ਦੁਆਰਾ 1 ਸਾਲ ਦੇ ਵਿੱਚ ਕਮਾਈ ਹੋਈ ਇਨਕਮ ਨੂੰ ਨੈਸ਼ਨਲ ਇਨਕਮ ਕਿਹਾ ਜਾਂਦਾ ਹੈ। ਇਹਦੇ ਵਿੱਚ ਸਪੈਸੀਫਿਕ ਟਾਈਮ ਪੀਰੀਅਡ ਆਪਾਂ ਮੈਂਸ਼ਨ ਕਰਦੇ ਹਾਂ, ਠੀਕ ਹੈ। ਨੈਸ਼ਨਲ ਇਨਕਮ ਨੂੰ ਦੇਖਣ ਦੇ ਵਾਸਤੇ ਆਪਾਂ ਟਾਈਮ ਮੈਂਸ਼ਨ ਕਰਾਂਗੇ ਵੀ 1 ਸਾਲ ਦੇ ਵਿੱਚ ਕਮਾਈ ਗਈ, 2 ਸਾਲ ਦੇ ਵਿੱਚ ਕਮਾਈ ਗਈ, ਜਾਂ ਕਿੰਨੇ ਵੀ ਟਾਈਮ ਦੇ ਵਿੱਚ, ਸਪੈਸੀਫਿਕ ਟਾਈਮ ਦੇ ਵਿੱਚ ਕਮਾਈ ਗਈ ਇਨਕਮ ਨੂੰ ਨੈਸ਼ਨਲ ਇਨਕਮ ਕਿਹਾ ਜਾਂਦਾ ਹੈ। ਜਿੱਦਾਂ ਆਪਾਂ ਇਹ ਵੀ ਕਹਿ ਸਕਦੇ ਹਾਂ, ਨੈਸ਼ਨਲ ਇਨਕਮ ਇਜ਼ ਡਿਫਾਈਨਡ ਐਜ਼ ਦਾ ਸਮ ਟੋਟਲ ਆਫ ਫੈਕਟਰ ਇਨਕਮ, ਰੈਂਟ, ਵੇਜਸ, ਇੰਟਰਸਟ, ਪ੍ਰੋਫਿਟ ਐਕਸੈਕਟਰਾ। ਕਹਿੰਦੇ ਸਮ ਟੋਟਲ ਆਫ ਫੈਕਟਰ ਇਨਕਮ, ਫੈਕਟਰ ਇਨਕਮ ਦਾ ਟੋਟਲ ਕਿਹਦੀ ਫਾਰਮ ਦੇ ਵਿੱਚ, ਜਾਂ ਤਾਂ ਉਹਨਾਂ ਨੇ ਨੈਸ਼ਨਲ ਇਨਕਮ ਕਿਵੇਂ ਕਮਾਈ ਹੋਊਗੀ, ਰੈਂਟ ਦੇ ਤੌਰ 'ਤੇ, ਵੇਜਸ ਰੋਜ਼ਾਨਾ ਦਿਹਾੜੀ ਦੇ ਰੂਪ ਦੇ ਵਿੱਚ, ਇੰਟਰਸਟ ਵਿਆਜ ਦੇ ਰੂਪ ਵਿੱਚ, ਪ੍ਰੋਫਿਟ ਲਾਭ ਦੇ ਰੂਪ ਵਿੱਚ, ਜੋ ਵੀ ਕਮਾਇਆ ਹੈ ਉਸ ਨੂੰ ਅਸੀਂ ਨੈਸ਼ਨਲ ਇਨਕਮ ਕਹਿੰਦੇ ਹਾਂ। ਹੁਣ ਨੈਸ਼ਨਲ ਇਨਕਮ ਨੂੰ ਆਪਾਂ ਪਤਾ ਕਿਵੇਂ ਕਰ ਸਕਦੇ ਹਾਂ, ਅਤੇ ਇਸ ਨੂੰ ਹੋਰ ਚੰਗੇ ਤਰੀਕੇ ਦੇ ਨਾਲ ਜਾਣਨ ਦੇ ਵਾਸਤੇ ਆਪਾਂ ਅੱਗੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਆਪਾਂ ਨੈਸ਼ਨਲ ਇਨਕਮ ਨੂੰ ਪਤਾ ਕਰ ਸਕਦੇ ਹਾਂ। ਹਾਂਜੀ ਦੇਖੋ ਰਾਜੇ, ਜਿਸ ਤਰ੍ਹਾਂ ਦੇ ਨਾਲ ਮੰਨ ਲਓ ਕਿ ਤੁਹਾਡੀ ਫੈਮਿਲੀ ਹੈ, ਹੈ ਨਾ। ਫੈਮਿਲੀ ਦੇ ਵਿੱਚ ਇੱਕ ਜਾਣਾ ਕਮਾਉਂਦਾ ਹੈ, ਮੰਨ ਲਓ ਤੁਹਾਡੇ ਫਾਦਰ ਸਾਹਿਬ ਕਮਾਉਂਦੇ ਆ, ਤਾਂ ਉਹਨਾਂ ਦੀ ਇਨਕਮ ਕਿੰਨੀ ਆ, ਉਹਨਾਂ ਦੀ ਇਨਕਮ ਮੰਨ ਲਓ 9000 ਹੈ। ਤਾਂ ਇਹ 9000 ਹੈ ਜਿਹੜੀ, ਹੋਰ ਤੁਹਾਡੇ ਘਰ ਦੇ ਵਿੱਚ ਕੋਈ ਜੀ ਨਹੀਂ ਕਮਾ ਰਿਹਾ, ਸਾਰੇ ਖਾ ਰਹੇ ਆ, ਬਸ ਕਮਾ ਕੋਈ ਨਹੀਂ ਰਿਹਾ, ਇੱਕੋ ਹੀ ਪਰਸਨ ਕਮਾ ਰਿਹਾ, ਤਾਂ ਇਹ ਤੁਹਾਡੀ ਕੀ ਹੈ, ਇਹ ਤੁਹਾਡੇ ਪਰਿਵਾਰ ਦੀ ਇਨਕਮ ਹੈ। ਇਸੇ ਤਰੀਕੇ ਦੇ ਨਾਲ ਹੀ ਆਪਣੀ ਸੁਸਾਇਟੀ ਦੀ ਇਨਕਮ ਹੁੰਦੀ ਆ, ਇਸੇ ਤਰੀਕੇ ਦੇ ਨਾਲ ਹੀ ਆਪਣੀ ਸਟੇਟ ਜਿਸ ਦੇ ਵਿੱਚ ਆਪਾਂ ਰਹਿ ਰਹੇ ਹਾਂ, ਜਾਂ ਕੋਈ ਵੀ ਸਟੇਟ ਆ, ਸਟੇਟ ਦੀ ਇਨਕਮ ਹੁੰਦੀ ਆ। ਉਸ ਤਰੀਕੇ ਦੇ ਨਾਲ ਪੂਰੇ ਕੰਟਰੀ ਦੀ ਇਨਕਮ ਹੁੰਦੀ ਆ, ਜਿਹਨੂੰ ਕਿ ਅਸੀਂ ਨੈਸ਼ਨਲ ਇਨਕਮ ਕਹਿੰਦੇ ਹਾਂ, ਠੀਕ ਹੈ। ਤਾਂ ਇਸ ਦੇ ਵਾਸਤੇ ਸਭ ਤੋਂ ਪਹਿਲਾਂ ਤੁਹਾਨੂੰ 2 ਚੀਜ਼ਾਂ ਸਮਝਣੀਆਂ ਪੈਣੀਆਂ ਹੈ। 2 ਚੀਜ਼ਾਂ ਮੈਂ ਲਿਖੂੰਗੀ, ਇੱਕ ਹੁੰਦਾ ਹੈ ਫੈਕਟਰ ਕਾਸਟ, ਫੈਕਟਰ ਕਾਸਟ, ਅਤੇ ਦੂਸਰਾ ਹੁੰਦਾ ਹੈ ਮਾਰਕੀਟ ਪ੍ਰਾਈਸ, ਠੀਕ ਹੈ। 2 ਚੀਜ਼ਾਂ ਤੁਸੀਂ ਧਿਆਨ ਨਾਲ ਸਮਝਣਾ ਵੀ ਫੈਕਟਰ ਕਾਸਟ ਅਤੇ ਮਾਰਕੀਟ ਪ੍ਰਾਈਸ ਹੁੰਦਾ ਕੀ ਆ। ਫੈਕਟਰ ਕਾਸਟ ਦੇਖੋ, ਮੰਨ ਲਓ ਵੀ ਹੁਣ ਇਹ ਵਾਲਾ ਪੈਨ ਹੈ, ਠੀਕ ਹੈ। ਇਸ ਪੈਨ ਨੂੰ ਹੁਣ ਕਿਵੇਂ ਮੇਰੇ ਕੋਲ ਆਇਆ ਹੈ, ਕਿਵੇਂ ਇਹਨੂੰ ਬਣਾਇਆ ਗਿਆ ਹੈ, ਇਸ ਨੂੰ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਕੀ ਚਾਹੀਦਾ ਆਪਾਂ ਨੂੰ, ਲੈਂਡ ਚਾਹੀਦੀ ਸੀ, ਜ਼ਮੀਨ ਚਾਹੀਦੀ ਸੀ, ਜਿੱਥੇ ਕਿ ਕੋਈ ਫੈਕਟਰੀ ਲਗਾਈ ਗਈ ਹੋਊਗੀ ਤਾਂ ਉਹ ਫੈਕਟਰੀ ਦੇ ਵਿੱਚ ਹੀ ਉੱਥੇ ਪੈਨ ਬਣਨਗੇ। ਉਸ ਤੋਂ ਬਾਅਦ ਲੇਬਰ, ਆਦਮੀ ਹੋਣਗੇ ਉੱਥੇ, ਲੇਬਰ ਹੋਊਗੀ, ਤਾਂ ਹੀ ਕਰਕੇ ਤਾਂ ਜਿਹੜਾ ਹੈਗਾ ਚੀਜ਼ਾਂ ਬਣਾਈਆਂ ਜਾਂਦੀਆਂ, ਤਾਂ ਹੀ ਕਰਕੇ ਪੈਨ ਬਣਿਆ ਹੋਊਗਾ। ਉਸ ਤੋਂ ਬਾਅਦ ਕੈਪੀਟਲ ਦਾ ਮਤਲਬ ਕੱਚਾ ਮਾਲ ਵੀ ਲਾ ਸਕਦੇ ਆ ਤੁਸੀਂ, ਪੂੰਜੀ ਵੀ ਲਾ ਸਕਦੇ ਆ, ਠੀਕ ਹੈ। ਜਦੋਂ ਪੈਸਾ ਹੋਊਗਾ, ਲੇਬਰ ਹੋਊਗੀ, ਲੈਂਡ ਹੋਊਗੀ, ਤਾਂ ਇਹਨਾਂ ਤਿੰਨਾਂ ਚੀਜ਼ਾਂ ਦੇ ਨਾਲ ਹੀ ਜਿਹੜਾ ਹੈਗਾ ਇਹ ਬਣੂਗਾ। ਅਤੇ ਇਹਨੂੰ ਬਣਾਉਂਦਾ ਕੌਣ ਆ, ਇੰਟਰਪ੍ਰੈਨਿਓਰ, ਜਿਹਨੂੰ ਕਿ ਆਪਾਂ ਕੀ ਕਹਿ ਸਕਦੇ ਹਾਂ, ਜਿਹਨੂੰ ਆਪਾਂ ਕਹਿ ਸਕਦੇ ਹਾਂ ਉਤਪਾਦਕ ਚੀਜ਼ਾਂ ਬਣਾਉਣ ਵਾਲਾ, ਠੀਕ ਹੈ। ਤਾਂ ਹੁਣ ਮੰਨ ਲਓ ਵੀ ਇਸ ਪੈਨ ਦੇ ਵਾਸਤੇ ਲੈਂਡ ਦੇ ਉੱਤੇ ਆਪਣੇ ਕੋਲ ਕਿੰਨੇ ਪੈਸੇ ਲੱਗ ਗਏ, 2 ਰੁਪਏ ਲੈਂਡ 'ਤੇ ਲੱਗ ਗਏ, ਲੇਬਰ 'ਤੇ 2 ਰੁਪਏ ਲੇਬਰ 'ਤੇ ਲੱਗ ਗਏ, ਕੈਪੀਟਲ
₹2 ਆਪਾਂ ਨੂੰ ਕੈਪੀਟਲ ਦੇ ਪੈ ਗਏ, ਪੂੰਜੀ ਵੀ ਆਪਾਂ ਨੂੰ ਲੱਗ ਗਈ। ਠੀਕ ਹੈ, ਇੰਟਰਪ੍ਰੈਨਿਓਰ ਨੇ ਕਿੰਨਾ ਲਿਆ, ਉਹਨੇ ਵੀ ਤਾਂ ਆਪਦਾ ਵਿੱਚੋਂ ਪ੍ਰੋਫਿਟ ਕੱਢਣਾ ਹੈ ਨਾ, ਤਾਂ ਹੀ ਕਰਕੇ ਉਹਨੇ ਜਿਹੜੀ ਫੈਕਟਰੀ ਲਾਈ ਹੈ ਜਾਂ ਪੈਨ ਬਣਾ ਰਿਹਾ ਹੈ, ਤਾਂ ਉਹਦੇ ਵਾਸਤੇ ₹2 ਉਹਦੇ ਵਾਸਤੇ ਰੱਖਤੀ। ਤਾਂ ਟੋਟਲ ਇਹਦਾ ਕਿੰਨਾ ਹੋ ਗਿਆ, ਟੋਟਲ ਹੋ ਗਿਆ ਆਪਣੇ ਕੋਲੇ ₹8। ਤਾਂ ਪੈਨ ਦੀ ਫੈਕਟਰ ਜਿਹੜੀ ਕਾਸਟ ਹੈ ਉਹ ਕਿੰਨੀ ਹੈ, ₹8। ਕਿਸੇ ਚੀਜ਼ ਨੂੰ ਬਣਾਉਣ ਦੇ ਵਿੱਚ ਜਿੰਨਾ ਲੱਗਦਾ ਏ, ਠੀਕ ਹੈ, ਜਿੰਨੀ ਵੀ ਲਾਗਤ ਹੁੰਦੀ ਆ, ਮੂਲ ਲਾਗਤ, ਉਹਨੂੰ ਅਸੀਂ ਕੀ ਕਹਿੰਦੇ ਆ, ਫੈਕਟਰ ਕਾਸਟ। ਇਹਨੂੰ ਪੰਜਾਬੀ ਦੇ ਵਿੱਚ ਲਾਗਤ ਸਾਧਨ ਵੀ ਕਹਿੰਦੇ ਆ। ਦੁਬਾਰਾ ਮੈਂ ਫੇਰ ਦੱਸਦੀ ਹਾਂ ਕਿ ਇੱਕ ਚੀਜ਼ ਨੂੰ ਬਣਾਉਣ ਦੇ ਵਿੱਚ ਜਿੰਨੀ ਵੀ ਲਾਗਤ ਹੁੰਦੀ ਹੈ ਉਹਨੂੰ ਅਸੀਂ ਕੀ ਕਹਿੰਦੇ ਆ, ਫੈਕਟਰ ਕਾਸਟ ਕਹਿੰਦੇ ਆ, ਮੂਲ ਲਾਗਤ ਕਹਿੰਦੇ ਆ। ਓਕੇ, ਉਸ ਤੋਂ ਬਾਅਦ ਆਉਂਦੇ ਆਪਾਂ ਮਾਰਕੀਟ ਪ੍ਰਾਈਸ ਦੀ। ਹੁਣ ਜਦੋਂ ਚੀਜ਼ ਬਣ ਗਈ, ਫਿਨਿਸ਼ ਹੋ ਚੁੱਕੀ ਹੈ ਗੁੱਡ ਬਣ ਕੇ, ਤਾਂ ਉਹ ਚੀਜ਼ ਮਾਰਕੀਟ ਦੇ ਵਿੱਚ ਆਉਂਦੀ ਹੈ, ਤਾਂ ਗਵਰਨਮੈਂਟ ਦਾ ਇਹਦੇ 'ਤੇ ਕੀ ਲੱਗ ਜਾਣਾ ਹੈ, ਟੈਕਸ ਲੱਗੂਗਾ। ਮੰਨ ਲਓ ਟੈਕਸ ਲੱਗ ਗਿਆ ₹2, ਗਵਰਨਮੈਂਟ ਨੇ ਆਪਦਾ ਟੈਕਸ ਲਾਇਆ, ਉਸ ਤੋਂ ਬਾਅਦ ਹੀ ਬਾਜ਼ਾਰ ਦੇ ਵਿੱਚ ਵਿਕੂਗੀ। ਤਾਂ ਉਹ ਟੈਕਸ ਲੱਗਣ ਤੋਂ ਬਾਅਦ ਇਹ ਪੈਨ ਕਿੰਨੇ ਦਾ ਹੋ ਗਿਆ ਹੈ, ਐਕਚੁਅਲੀ ਇਹ ਹੋ ਗਿਆ ₹10 ਦਾ ਵਿਕੂਗਾ। ਤਾਂ ਇਹ ਕੀ ਹੈ, ਇਹਦਾ ਮਾਰਕੀਟ ਪ੍ਰਾਈਸ। ਟੈਕਸ ਲੱਗਣ ਤੋਂ ਬਾਅਦ ਜੋ ਇਹਦਾ ਪ੍ਰਾਈਸ ਹੈ, ਅਸਲ ਦੇ ਵਿੱਚ ਇੰਨੇ ਦੀ ਹੀ ਚੀਜ਼ ਵਿਕਣੀ ਹੈ ਬਾਜ਼ਾਰ ਦੇ ਵਿੱਚ, ਪੈਨ ਇੰਨੇ ਦਾ ਹੀ ਵਿਕਣਾ ਹੈ, ਬੇਸ਼ੱਕ ਇੰਨੇ ਦਾ ਬਣਿਆ ਹੈ, ਟੈਕਸ ਨੂੰ ਵਿੱਚ ਜੋੜ ਕੇ। ਤਾਂ ਇਹ ਕੀ ਹੋ ਗਿਆ, ਮਾਰਕੀਟ ਪ੍ਰਾਈਸ। ਫੈਕਟਰ ਕਾਸਟ ਤੇ ਮਾਰਕੀਟ ਪ੍ਰਾਈਸ, ਦੋ ਗੱਲਾਂ ਤੁਸੀਂ ਜ਼ਰੂਰ ਯਾਦ ਰੱਖਣੀਆਂ। ਵਨ ਮੋਰ ਥਿੰਗ, ਨੈਸ਼ਨਲ ਇਨਕਮ ਹੈ ਜਿਹੜੀ ਆਪਾਂ ਨੂੰ ਕਿੱਥੋਂ ਆਉਂਦੀ ਹੈ, ਆਪਾਂ ਨੂੰ ਆਉਂਦੀ ਹੈ ਇਹ ਗੁੱਡਸ ਤੋਂ ਤੇ ਸਰਵਿਸ ਤੋਂ। ਗੁੱਡਸ, ਸਰਵਿਸ। ਗੁੱਡਸ ਕੀ ਹੁੰਦੀਆਂ ਤੁਹਾਨੂੰ ਪਤਾ, ਜਿਸ ਤਰ੍ਹਾਂ ਨਾਲ ਚੀਜ਼ਾਂ, ਕੋਈ ਵੀ ਚੀਜ਼ ਬਣਦੀ ਹੈ, ਪੈਨ ਹੋ ਗਿਆ, ਕਾਪੀ ਹੋ ਗਈ, ਐਵਰੀਥਿੰਗ ਜੋ ਵੀ ਬਣਦੀ ਹੈ, ਹੈ ਨਾ, ਫੈਕਟਰੀਜ਼ ਦੇ ਵਿੱਚ, ਛੋਟੀ ਤੋਂ ਛੋਟੀ, ਵੱਡੀ ਤੋਂ ਵੱਡੀ ਚੀਜ਼, ਉਹਨੂੰ ਆਪਾਂ ਗੁੱਡਸ ਕਹਿ ਦਿੰਦੇ ਹਾਂ। ਸਰਵਿਸ, ਸਰਵਿਸ ਸੇਵਾਵਾਂ। ਸੇਵਾਵਾਂ ਜਿਵੇਂ ਇੱਕ ਟੀਚਰ ਹੈ, ਟੀਚਰ ਤੁਹਾਨੂੰ ਸੇਵਾ ਪ੍ਰਦਾਨ ਕਰ ਰਿਹਾ, ਤੁਹਾਨੂੰ ਪੜ੍ਹਾ ਰਿਹਾ, ਉਹਦੇ ਬਦਲੇ ਫੀਸ ਲੈ ਰਿਹਾ। ਡਾਕਟਰ ਹੈ, ਡਾਕਟਰ ਤੁਹਾਨੂੰ ਸੇਵਾ ਪ੍ਰਦਾਨ ਕਰ ਰਿਹਾ ਹੈ, ਤੁਹਾਨੂੰ ਟਰੀਟਮੈਂਟ ਕਰ ਰਿਹਾ, ਤਾਂ ਉਹਦੇ ਬਦਲੇ ਫੀਸ ਲੈ ਰਿਹਾ ਹੈ, ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਸਰਵਿਸਿਜ਼। ਸਰਵਿਸਿਜ਼ ਮਤਲਬ ਸੇਵਾਵਾਂ। ਤਾਂ ਨੈਸ਼ਨਲ ਇਨਕਮ ਦੇ ਵਿੱਚ ਜੋ ਨੈਸ਼ਨਲ ਇਨਕਮ ਹੈ ਉਹ ਅਰਨਡ ਇਨਕਮ ਹੁੰਦੀ ਹੈ ਨੋਰਮਲ ਰੈਜ਼ੀਡੈਂਟ ਦੇ ਦੁਆਰਾ, ਬੇਸ਼ੱਕ ਗੁੱਡਸ ਦੇ ਰੂਪ ਵਿੱਚ ਹੋਵੇ, ਬੇਸ਼ੱਕ ਸਰਵਿਸ ਦੇ ਰੂਪ ਵਿੱਚ ਹੋਵੇ। ਗੁੱਡ ਜਾਂ ਸਰਵਿਸ ਦੇ ਰੂਪ ਦੇ ਵਿੱਚ ਅਰਨਡ ਇਨਕਮ ਹੈ ਜਿਹੜੀ, ਉਹਨੂੰ ਅਸੀਂ ਨੈਸ਼ਨਲ ਇਨਕਮ ਕਹਿੰਦੇ ਹਾਂ। ਸੋ ਆਪਾਂ ਇੱਥੋਂ ਤੱਕ ਆ ਗਏ, ਫੈਕਟਰ ਕਾਸਟ ਹੋ ਗਿਆ ਤੇ ਮਾਰਕੀਟ ਪ੍ਰਾਈਸ ਹੋ ਗਿਆ। ਅੱਗੇ ਚੱਲਦੇ ਹਾਂ, ਨੈਕਸਟ ਹੈ ਕਿ ਡਿਫਰੈਂਸ ਬਿਟਵੀਨ ਨੈਸ਼ਨਲ ਇਨਕਮ ਐਂਡ ਡੋਮੈਸਟਿਕ ਇਨਕਮ। ਰਾਸ਼ਟਰੀ ਆਮਦਨ ਤੇ ਘਰੇਲੂ ਆਮਦਨ ਦੇ ਵਿੱਚ ਡਿਫਰੈਂਸ ਕੀ ਹੈ, ਫਰਕ ਕੀ ਹੈ। ਦੇਖੋ ਰਾਜੇ, ਆਪਣੇ ਦੇਸ਼ ਦੇ ਵਿੱਚ ਜੋ ਵੀ ਗੁੱਡਸ, ਸਰਵਿਸਿਜ਼ ਦੀ ਪ੍ਰੋਡਕਸ਼ਨ ਹੁੰਦੀ ਹੈ, ਠੀਕ ਹੈ, ਗੁੱਡਸ ਤੇ ਸਰਵਿਸ ਦੀ ਪ੍ਰੋਡਕਸ਼ਨ ਤੋਂ ਜੋ ਵੀ ਜਿਹੜੀ ਹੈਗੀ ਆ ਆਪਾਂ ਨੂੰ ਪ੍ਰੋਡਕਸ਼ਨ ਹੋਈ ਹੈ, ਉਸ ਦੀ ਮੋਨੈਟਰੀ ਵੈਲਿਊ ਹੈ ਜਿਹੜੀ, ਗੁੱਡਸ ਤੇ ਸਰਵਿਸ ਦੀ ਮੋਨੈਟਰੀ ਵੈਲਿਊ। ਮੋਨੈਟਰੀ ਵੈਲਿਊ ਦਾ ਮਤਲਬ ਪੈਸੇ ਦੇ ਵਿੱਚ ਜਿਹੜੀ ਵੈਲਿਊ ਹੋਈ ਹੈ, ਵੀ ਇਹਨਾਂ ਨੂੰ ਹੁਣ ਗੁੱਡਸ ਸਰਵਿਸ ਦਿੱਤੀਆਂ ਗਈਆਂ, ਆਪਾਂ ਨੂੰ ਐਂ ਤਾਂ ਪਤਾ ਲੱਗੂਗਾ ਵੀ ਇਹਨਾਂ ਦੀ ਮੋਨੈਟਰੀ ਵੈਲਿਊ ਕੀ ਆ, ਪੈਸੇ ਦੇ ਵਿੱਚ ਇਹਨੂੰ ਆਪਾਂ ਮੈਜਰ ਕਰਾਂਗੇ ਤਾਂ ਉੱਥੋਂ ਆਪਾਂ ਨੂੰ ਪਤਾ ਲੱਗੂਗਾ ਨਾ ਵੀ ਇਹਦੀ ਕੀ ਕੀਮਤ ਰਹੀ ਹੈ ਇਹਨਾਂ ਦੀ। ਤਾਂ ਉਹ ਜਿਹੜੀ ਮੋਨੈਟਰੀ ਵੈਲਿਊ ਹੈ ਨਾ ਇਹਦੀ, ਗੁੱਡਸ ਦੀ ਤੇ ਸਰਵਿਸ ਦੀ, ਉਸ ਨੂੰ ਅਸੀਂ ਕੀ ਕਹਿੰਦੇ ਆ, ਉਸ ਨੂੰ ਅਸੀਂ ਕਹਿੰਦੇ ਆ GDP। G ਗ੍ਰੋਸ, D ਡੋਮੈਸਟਿਕ, P ਪ੍ਰੋਡਕਟ। ਠੀਕ ਹੈ, ਗੁੱਡਸ ਦੀ ਤੇ ਸਰਵਿਸ ਦੀ ਜੋ ਪ੍ਰੋਡਕਸ਼ਨ ਹੋਊਗੀ ਉਸ ਦੀ ਮੋਨੈਟਰੀ ਵੈਲਿਊ, ਪੈਸੇ ਦੇ ਵਿੱਚ ਉਸ ਦੀ ਕੀ ਕੀਮਤ ਆ, ਉਸ ਨੂੰ ਅਸੀਂ ਕਹਿੰਦੇ ਆ GDP, ਗ੍ਰੋਸ ਡੋਮੈਸਟਿਕ ਪ੍ਰੋਡਕਟ। ਠੀਕ ਹੈ, ਹੁਣ ਕੀ ਹੈ, ਉਸ ਤੋਂ ਬਾਅਦ ਜੇਕਰ ਆਪਾਂ ਨੈਸ਼ਨਲ ਇਨਕਮ ਜੋ ਆਪਣੀ ਹੈਗੀ ਹੈ, ਨੈਟ ਨੈਸ਼ਨਲ ਇਨਕਮ ਕੱਢਣੀ ਹੈ, ਤਾਂ ਉਹਨੂੰ ਆਪਾਂ ਕੀ ਕਵਾਂਗੇ, ਉਹਨੂੰ ਆਪਾਂ ਕਵਾਂਗੇ NNP, ਨੈਟ ਨੈਸ਼ਨਲ ਇਨਕਮ। ਨੈਟ ਮਤਲਬ ਸ਼ੁੱਧ, ਨੈਸ਼ਨਲ ਪ੍ਰੋਡਕਟ। ਠੀਕ ਹੈ, GDP ਮੋਨੈਟਰੀ ਵੈਲਿਊ ਹੈ ਗੁੱਡਸ ਤੇ ਸਰਵਿਸ ਦੀ, ਤੇ ਉਸ ਤੋਂ ਬਾਅਦ ਆਪਾਂ GDP ਦੇ ਥਰੂ ਹੀ NNP ਕੱਢਾਂਗੇ,
ਨੈਟ ਨੈਸ਼ਨਲ ਪ੍ਰੋਡਕਟ ਕੱਢਾਂਗੇ, ਨੈਟ ਨੈਸ਼ਨਲ ਇਨਕਮ ਹੈ ਜਿਹੜੀ ਉਹ ਕੱਢਾਂਗੇ। ਕਾਹਦੇ ਵਿੱਚ? ਫੈਕਟਰ ਕਾਸਟ ਦੇ ਵਿੱਚ, ਮਾਰਕੀਟ ਪ੍ਰਾਈਸ ਦੇ ਵਿੱਚ ਨਹੀਂ, ਟੈਕਸ ਨਹੀਂ ਲਾਉਣਾ ਵਿੱਚ, ਸਿਰਫ ਫੈਕਟਰ ਕਾਸਟ ਦੀ ਕਿੰਨੀ ਕੁ ਜਿਹੜੀ ਨੈਸ਼ਨਲ ਇਨਕਮ ਹੋਈ ਹੈ ਉਹਨੂੰ ਆਪਾਂ ਕੱਢਾਂਗੇ ਇੱਥੇ। ਸਭ ਤੋਂ ਫਸਟ ਸਟੈਪ GDP ਹੈ ਹੁਣ ਜਿਹੜਾ ਗਰੋਸ ਡੋਮੈਸਟਿਕ ਪ੍ਰੋਡਕਟ। ਗਰੋਸ ਦਾ ਮਤਲਬ ਹੁੰਦਾ ਏ ਜਦੋਂ ਚੀਜ਼ ਬਣੀ ਹੈ ਉਹ ਕਿੰਨੇ ਦੀ ਬਣੀ ਹੈ ਉਸ ਦਾ। ਮੰਨ ਲਓ ਕਿ ਆਪਾਂ ਹੁਣ ਇੱਕ ਫੋਨ ਹੈ, ਫੋਨ ਲੈ ਲਿਆ ਆਪਾਂ 10,000 ਦਾ। ਕਦੋਂ ਲਿਆ ਸੀਗਾ? 2016 ਦੇ ਵਿੱਚ ਲਿਆ ਸੀ। 2018 ਦੇ ਵਿੱਚ ਜਾਂ ਹੁਣ 2020 ਦੇ ਵਿੱਚ ਆਪਾਂ ਉਸ ਨੂੰ ਵੇਚਣਾ ਹੈ ਤਾਂ ਉਹਦੇ ਵਿੱਚ ਕੀ ਹੋਊਗਾ? ਉਹਦੇ 'ਚ ਘਾਟ ਤਾਂ ਆਊਗੀ, ਹੁਣ ਗਿਰਾਵਟ ਆਊਗੀ ਉਹਦੇ ਮੁੱਲ ਦੇ ਵਿੱਚ। ਇਹ ਨਹੀਂ ਹੋ ਸਕਦਾ ਕਿ ਜੇ ਉਦੋਂ ਆਪਾਂ 10,000 ਦਾ ਲਿਆ ਸੀ ਤਾਂ ਹੁਣ ਉਹ 10,000 ਦਾ ਹੀ ਵਿਕੂਗਾ। ਨੋ, ਹਰੇਕ ਚੀਜ਼ ਜਦੋਂ ਆਪਾਂ ਲੈ ਲਈ ਉਸ ਤੋਂ ਬਾਅਦ ਜਦੋਂ ਆਪਾਂ ਉਹਨੂੰ ਦੁਬਾਰਾ ਸੇਲ ਕਰਦੇ ਹਾਂ ਤਾਂ ਉਹਦੇ ਵਿੱਚ ਗਿਰਾਵਟ ਆਉਂਦੀ ਆ। ਉਸ ਗਿਰਾਵਟ ਨੂੰ ਕੀ ਕਹਿੰਦੇ ਆ? ਡੈਪਰੀਸੀਏਸ਼ਨ। ਠੀਕ ਹੈ, ਤਾਂ ਹੁਣ ਇਹ ਜੋ ਮੋਬਾਈਲ ਲਿਆ ਸੀ ਆਪਾਂ 10,000 ਦਾ, ਇਹ ਕੀ ਸੀ? ਇਹ ਗਰੋਸ ਸੀ। ਗਰੋਸ ਮਤਲਬ ਵੀ ਉਸ ਟਾਈਮ 'ਤੇ ਜਿਹੜਾ ਇਹਦਾ ਪ੍ਰਾਈਸ ਸੀਗਾ ਉਹ ਸੀਗਾ। ਠੀਕ ਹੈ, ਉਸ ਤੋਂ ਬਾਅਦ ਹੁਣ ਇਹਦੇ ਵਿੱਚ ਮੰਨ ਲਓ 2000 ਦੀ ਡੈਪਰੀਸੀਏਸ਼ਨ ਹੋ ਗਈ, ਗਿਰਾਵਟ ਆ ਗਈ, 2000 ਇਹਦਾ ਰੇਟ ਘਟ ਗਿਆ ਤਾਂ ਪਿੱਛੇ ਆਪਣੇ ਕੋਲੇ ਕਿੰਨਾ ਰਹਿ ਗਿਆ? 8000 ਰਹਿ ਗਿਆ। ਤਾਂ 8000 ਕੀ ਆ? ਨੈਟ ਫੈਕਟ, ਨੈਟ ਨੈਸ਼ਨਲ ਪ੍ਰੋਡਕਟ ਆ ਇਹ, ਨੈਟ ਇਨਕਮ ਆ ਇਹ, ਜਿਹੜੀ ਅਸਲ ਦੇ ਵਿੱਚ ਹੁਣ ਨਿਕਲੂਗੀ 2020 ਦੇ ਵਿੱਚ ਜਦੋਂ ਆਪਾਂ ਫੋਨ ਨੂੰ ਵੇਚਾਂਗੇ। ਗੱਲ ਸਮਝ ਲੱਗੀ? ਮੈਂ ਦੁਬਾਰਾ ਫੇਰ ਰਿਪੀਟ ਕਰਦੀ ਹਾਂ ਕਿ ਗਰੋਸ ਕਿਹੜਾ ਹੁੰਦਾ ਹੈ? ਗਰੋਸ ਕਾਸਟ ਆਪਾਂ ਕਹਿ ਸਕਦੇ ਹਾਂ ਵੀ 10,000 ਜਦੋਂ ਆਪਾਂ ਚੀਜ਼ ਲਈ ਹੈ, ਕੋਈ ਵੀ ਚੀਜ਼ ਖਰੀਦੀ ਹੈ। ਉਸ ਤੋਂ ਬਾਅਦ ਬੇਸ਼ੱਕ ਉਹਨੂੰ ਮਹੀਨੇ ਪਿੱਛੋਂ ਆਪਾਂ ਵੇਚਦੇ ਹਾਂ, ਬੇਸ਼ੱਕ ਆਪਾਂ ਉਹਨੂੰ ਸਾਲ ਬਾਅਦ ਵੇਚਦੇ ਹਾਂ, ਉਹਦੇ ਵਿੱਚ ਡੈਪਰੀਸੀਏਸ਼ਨ ਗਿਰਾਵਟ ਜ਼ਰੂਰ ਆਊਗੀ। 10 ਰੁਪਏ ਦੀ ਆ ਜਾਏ, 20 ਰੁਪਏ ਦੀ ਆ ਜਾਏ, 100 ਦੀ, 200 ਦੀ, 2000 ਤੱਕ ਦੀ ਆ ਜਾਏ, ਜਿੰਨੀ ਵੀ ਆ ਜਾਏ ਗਿਰਾਵਟ ਆਉਂਦੀ ਹੀ ਆਉਂਦੀ ਆ। ਹਰੇਕ ਚੀਜ਼ ਦੀ ਡੈਪਰੀਸੀਏਸ਼ਨ ਹੁੰਦਾ ਹੀ ਹੁੰਦਾ ਹੈ। ਉਸ ਤੋਂ ਬਾਅਦ ਜਿਹੜਾ ਬਾਕੀ ਬਚਦਾ ਹੈ ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ? ਨੈਟ ਨੈਸ਼ਨਲ ਪ੍ਰੋਡਕਟ ਕਹਿੰਦੇ ਆਪਾਂ ਉਹਨੂੰ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਜੋ ਪ੍ਰੋਸੈਸ ਆਪਣਾ ਚੱਲਦਾ ਏ, ਮੰਨ ਲਓ ਕਿ ਆਪਾਂ ਉਹਨੂੰ ਗਰੋਸ ਪਤਾ ਲੱਗ ਗਿਆ। ਠੀਕ ਹੈ, ਹੁਣ GDP ਸੀ, ਗਰੋਸ ਡੋਮੈਸਟਿਕ ਪ੍ਰੋਡਕਟ ਸੀ। ਹੁਣ ਇਹਦੇ ਤੋਂ ਆਪਾਂ ਜਦੋਂ ਡੈਪਰੀਸੀਏਸ਼ਨ ਹੋ ਗਿਆ ਉਸ ਤੋਂ ਬਾਅਦ ਦੂਸਰਾ ਜੋ ਸਟੈਪ ਹੈ ਉਹ ਕੀ ਆਉਂਦਾ ਏ? G ਦੀ ਥਾਂ 'ਤੇ, ਗਰੋਸ ਦੀ ਥਾਂ 'ਤੇ ਕੀ ਲੱਗ ਜੂਗਾ? ਨੈਟ, ਕਿਉਂਕਿ ਆਪਾਂ ਨੂੰ ਨੈਟ ਮਿਲ ਚੁੱਕਿਆ ਏ। ਤਾਂ ਆਪਾਂ ਹੁਣ ਇੱਥੇ ਲਿਖ ਦਿਆਂਗੇ NDP, ਨੈਟ ਡੋਮੈਸਟਿਕ ਪ੍ਰੋਡਕਟ, ਕਿਉਂਕਿ ਗਰੋਸ ਨਿਕਲ ਚੁੱਕਿਆ ਹੈ, ਸਿਰਫ ਆਪਣੇ ਕੋਲੇ ਨੈਟ ਰਹਿ ਗਿਆ ਤਾਂ ਨੈਟ ਡੋਮੈਸਟਿਕ ਪ੍ਰੋਡਕਟ ਨਿਕਲ ਆਊਗਾ ਆਪਣੇ ਕੋਲੇ। ਹੁਣ ਜੋ ਨੈਟ ਡੋਮੈਸਟਿਕ ਪ੍ਰੋਡਕਟ ਆ ਉਹਦਾ ਆਪਾਂ ਕੀ ਕਰਨਾ ਹੈ? ਨੈਕਸਟ ਆਪਣੇ ਕੋਲੇ ਇੱਕ ਹੋਰ ਆਉਂਦਾ ਹੈ ਟਰਮ NIFA। ਇਹਦਾ ਕੀ ਮਤਲਬ? ਨੈਟ I ਇਨਕਮ, F ਫਰੋਮ A ਅਬਰੋਡ। ਹੁਣ ਆਪਣੇ ਦੇਸ਼ ਦੇ ਬਹੁਤ ਸਾਰੇ ਲੋਕ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਵਸੇ ਹੋਏ ਆ। ਠੀਕ ਹੈ, ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਵਸੇ ਹੋਏ ਕਾਹਦੇ ਵਾਸਤੇ? ਉਹ ਆਪਣੀ ਉਪਜੀਵਿਕਾ ਕਮਾਉਣ ਦੇ ਵਾਸਤੇ, ਇਨਕਮ ਦੇ ਵਾਸਤੇ। ਜੇ ਉਹ ਬਾਹਰੋਂ ਕਮਾ ਕੇ ਪੈਸਾ ਦੇਸ਼ ਦੇ ਵਿੱਚ ਭੇਜਦੇ ਆ ਤਾਂ ਉਹਨੂੰ ਵੀ ਆਪਾਂ ਇਹਦੇ ਵਿੱਚ ਐਡ ਤਾਂ ਕਰਾਂਗੇ। ਤਾਂ ਜਦੋਂ ਉਹ ਪੈਸਾ ਆਉਂਦਾ ਏ ਜੋ ਆਪਣੇ ਦੇਸ਼ ਦੇ ਵਿੱਚ ਬਾਹਰੋਂ ਕਮਾ ਕੇ ਭੇਜਦੇ ਆ, ਨੈਟ ਇਨਕਮ ਫਰੋਮ ਅਬਰੋਡ, ਬਾਹਰਲੇ ਦੇਸ਼ਾਂ 'ਚੋਂ ਜੋ ਵੀ ਕਮਾ ਕੇ ਭੇਜਦੇ ਆ, ਤਾਂ ਉਸ ਨੂੰ ਆਪਾਂ NDP ਦੇ ਵਿੱਚ ਕੀ ਕਰਾਂਗੇ? ਉਸ ਨੂੰ ਵੀ ਆਪਾਂ ਇਹਦੇ ਵਿੱਚ ਪਲੱਸ ਕਰਾਂਗੇ। ਤੇ ਆਪਣੇ ਦੇਸ਼ ਦੇ ਵਿੱਚ ਵੀ ਬਹੁਤ ਸਾਰੇ ਲੋਕ ਆ ਜਿਹੜੇ ਕਿ ਬਾਹਰਲੇ ਦੇਸ਼ਾਂ 'ਚੋਂ ਆਏ ਹੋਏ ਆ। ਮੰਨ ਲਓ ਕਿ ਆਪਣੇ ਕੋਲ ਜਿਵੇਂ ਜਾਪਾਨ ਹੋ ਗਿਆ, ਬੰਗਾਲ ਹੋ ਗਿਆ, ਪਾਕਿਸਤਾਨ ਹੋ ਗਿਆ, ਇਹਨਾਂ ਦੇਸ਼ਾਂ 'ਚੋਂ, ਸਾਊਦੀ ਅਰਬੀਆ ਹੋ ਗਿਆ, ਇਹਨਾਂ ਦੇਸ਼ਾਂ ਦੇ ਵਿੱਚੋਂ ਆਏ ਹੋਏ ਆ ਲੋਕ। ਤਾਂ ਉਹ ਆਪਣੇ ਦੇਸ਼ ਦੇ ਵਿੱਚੋਂ ਇਨਕਮ ਕਮਾ ਕੇ ਉਹ ਆਪਦੇ ਦੇਸ਼ਾਂ ਨੂੰ ਭੇਜਦੇ ਆ। ਠੀਕ ਹੈ, ਆਪਦੇ ਘਰਾਂ ਨੂੰ ਭੇਜਦੇ ਆ। ਤਾਂ ਉਹ ਚੀਜ਼ ਨੂੰ ਆਪਾਂ ਕੀ ਕਰਾਂਗੇ? ਮਾਈਨਸ ਕਰਾਂਗੇ। ਬਟ ਜੋ ਆਪਣੇ ਦੇਸ਼ ਦੇ ਲੋਕ ਬਾਹਰ ਗਏ ਹੋਏ ਆ ਉਹ ਜ਼ਿਆਦਾ ਹੈ, ਜੋ ਆਪਣੇ ਦੇਸ਼ ਦੇ ਵਿੱਚ ਆਪਦੀ ਉਪਜੀਵਿਕਾ ਕਮਾਉਣ ਵਾਸਤੇ ਆਏ ਹੋਏ ਆ ਉਹ ਘੱਟ ਆ। ਸੋ ਆਪਾਂ ਇਹਨੂੰ ਪਲੱਸ ਕਰਾਂਗੇ ਤੇ ਉਹ ਚੀਜ਼ ਨੂੰ ਮਾਈਨਸ ਕਰ ਦਾਂਗੇ। ਮੰਨ ਲਓ ਆਪਣੇ ਦੇਸ਼ ਦੇ ਵਿੱਚੋਂ 2 ਕਰੋੜ ਰੁਪਏ ਜਿਹੜੇ ਹੈਗੇ ਆ ਜਾ ਰਹੇ ਆ ਬਾਹਰ, ਤੇ ਬਾਹਰਲੇ ਜੋ ਆਪਣੇ ਦੇਸ਼ ਦੇ ਵਿੱਚੋਂ 2 ਕਰੋੜ ਆ ਰਹੇ ਆ। ਠੀਕ ਹੈ, ਫੋਰਨਰ ਭੇਜ ਰਹੇ ਆ ਆਪਣੇ ਦੇਸ਼ ਦੇ ਵਿੱਚ ਆਪਦੀਆਂ ਫੈਮਲੀਜ਼ ਨੂੰ। ਅੱਗੇ ਜੇ ਆਪਣੇ ਦੇਸ਼ ਵਿੱਚੋਂ ਬਾਹਰ ਜਾਣ ਦੀ ਗੱਲ ਕਰਦੇ ਹਾਂ ਤਾਂ ਉਹ ਮੰਨ ਲਓ ਕਿ ਤੁਸੀਂ 50 ਲੱਖ ਹੋਊਗਾ। ਠੀਕ ਹੈ, ਇੰਨਾ ਕੁ 50 ਲੱਖ ਦੇ ਕਰੀਬ ਆਪਾਂ ਬਾਹਰਲੇ ਦੇਸ਼ਾਂ ਨੂੰ ਭੇਜ ਰਹੇ ਹਾਂ, ਤਾਂ ਉਹਦੇ ਵਿੱਚੋਂ ਫਿਰ ਵੀ ਆਪਣੇ ਕੋਲੇ
1.5 ਕਰੋੜ ਰੁਪਇਆ ਤਾਂ ਬਚਿਆ ਨਾ। ਆਪਣੀ ਇਨਕਮ ਜ਼ਿਆਦਾ ਹੈ ਜਿਹੜੀ ਆਪਾਂ ਬਾਹਰਲੇ ਦੇਸ਼ਾਂ ਤੋਂ ਲੈ ਕੇ ਆ ਰਹੇ ਹਾਂ, ਬਾਹਰਲੇ ਦੇਸ਼ਾਂ ਤੋਂ ਆਪਣੇ ਦੇਸ਼ ਦੇ ਵਿੱਚ ਆ ਰਹੀ ਹੈ। ਠੀਕ ਹੈ, ਤਾਂ ਇਹਨੂੰ ਆਪਾਂ NDP ਦੇ ਵਿੱਚ ਪਲੱਸ ਕਰ ਲਿਆ ਤਾਂ ਆਪਣਾ ਉਹ ਕੀ ਨਿਕਲ ਆਊਗਾ, ਆਪਣਾ ਉਹ ਨਿਕਲ ਆਊਗਾ NNP, ਨੈਟ ਨੈਸ਼ਨਲ ਪ੍ਰੋਡਕਟ, ਮਤਲਬ ਨੈਟ ਨੈਸ਼ਨਲ ਸ਼ੁੱਧ ਰਾਸ਼ਟਰੀ ਆਮਦਨ ਹੈ ਜੋ ਉਹ ਆਪਣੀ ਨਿਕਲ ਆਊਗੀ। ਇੱਕ ਇਹਦੇ ਵਿੱਚ ਹੋਰ ਚੀਜ਼ ਕਿ ਜਦੋਂ ਹੁਣ ਜੋ ਆਪਣੇ ਚੀਜ਼ਾਂ ਤੇ ਇਨਡਾਇਰੈਕਟ ਟੈਕਸ ਲੱਗਦੇ ਆ ਉਹ ਚੀਜ਼ ਨੂੰ ਆਪਾਂ ਇਹਦੇ ਵਿੱਚੋਂ ਮਾਈਨਸ ਕਰ ਦੇਣਾ। ਇਨਡਾਇਰੈਕਟ ਟੈਕਸ ਆ ਜਿਹੜੇ, ਠੀਕ ਹੈ, ਉਸ ਨੂੰ ਆਪਾਂ ਮਾਈਨਸ ਕਰ ਦੇਣਾ ਇਹਦੇ ਵਿੱਚੋਂ। ਤੇ ਜੇ ਕਿਸੇ ਚੀਜ਼ ਤੇ ਆਪਾਂ ਨੂੰ ਗਵਰਨਮੈਂਟ ਕੋਈ ਸਬਸਿਡੀ ਦਿੰਦੀ ਹੈ, ਜਿਵੇਂ ਕਿ ਗੈਸ ਸਿਲੰਡਰ ਆ, ਗੈਸ ਸਿਲੰਡਰ ਹੋ ਗਏ ਤਾਂ ਉਹਨਾਂ ਨੂੰ ਆਪਾਂ 700 ਰੁਪਇਆ ਪੇ ਕਰਦੇ ਹਾਂ, ਤਾਂ ਉਸ ਦੇ ਵਿੱਚੋਂ 200-150 ਰੁਪਏ ਆਪਾਂ ਨੂੰ ਆ ਜਾਂਦੇ ਆ ਆਪਣੇ ਅਕਾਊਂਟ ਦੇ ਵਿੱਚ, ਤਾਂ ਉਹ ਸਬਸਿਡੀ ਹੋ ਗਈ। ਤਾਂ ਉਹ ਜੋ ਸਬਸਿਡੀ ਜੇ ਦੇ ਰਹੀ ਹੈ ਤਾਂ ਉਸ ਨੂੰ ਆਪਾਂ ਵਿੱਚ ਪਲੱਸ ਕਰ ਦਿਆਂਗੇ। ਇੰਨਾ ਪਲੱਸ ਕਰਨ ਦੇ ਬਾਅਦ ਆਪਾਂ ਨੂੰ NNP ਫੈਕਟਰ ਕਾਸਟ ਮਿਲ ਜੂ, ਮਤਲਬ ਨੈਟ ਨੈਸ਼ਨਲ ਇਨਕਮ ਹੈ ਜਿਹੜੀ ਉਹ ਫੈਕਟਰ ਕਾਸਟ ਦੇ ਰੂਪ ਵਿੱਚ ਮਿਲ ਜੂਗੀ। ਇਹਦੇ ਵਿੱਚ ਕੋਈ ਇਨਡਾਇਰੈਕਟ ਕੋਈ ਡਾਇਰੈਕਟ ਟੈਕਸ ਨਹੀਂ ਹੋਊਗਾ, ਬਿਨਾਂ ਟੈਕਸ ਤੋਂ ਹੋਊਗੀ। ਦੁਬਾਰਾ ਮੈਂ ਤੁਹਾਨੂੰ ਫਿਰ ਰਿਪੀਟ ਕਰਦੀ ਹਾਂ, ਜਦੋਂ ਗੁਡਸ ਤੇ ਸਰਵਿਸ ਦੀ ਮੋਨੈਟਰੀ ਵੈਲਿਊ ਹੁੰਦੀ ਆ, ਪੈਸੇ ਦੇ ਵਿੱਚ ਆਪਾਂ ਉਹਦੀ ਕੀਮਤ ਦੇਖਦੇ ਹਾਂ ਤਾਂ ਉਹਨੂੰ ਅਸੀਂ GDP ਕਹਿੰਦੇ ਹਾਂ, ਗਰੋਸ ਡੋਮੈਸਟਿਕ ਪ੍ਰੋਡਕਟ ਕਹਿੰਦੇ ਹਾਂ। ਕਿਉਂ? ਕਿਉਂਕਿ ਉਹਦੇ ਵਿੱਚ ਟੈਕਸ ਵਗੈਰਾ ਸਾਰੇ ਸ਼ਾਮਲ ਹੁੰਦੇ ਆ। GDP ਦੇ ਵਿੱਚੋਂ ਡੈਪਰੀਸੀਏਸ਼ਨ ਹੁੰਦੀ ਹੈ ਕਿਸੇ ਵੀ ਚੀਜ਼ ਦੇ ਵਿੱਚ, ਕਿਸੇ ਵੀ ਚੀਜ਼ ਦਾ ਮੁੱਲ ਹੈ ਜਿਹੜਾ ਪਹਿਲਾਂ ਜਿਹੜਾ ਹੁੰਦਾ ਹੈ ਉਹਨੂੰ ਗਰੋਸ ਕਹਿੰਦੇ ਆ। ਜੇਕਰ ਉਹਦੇ ਵਿੱਚ ਡੈਪਰੀਸੀਏਸ਼ਨ ਆ ਜਾਂਦੀ ਹੈ, ਗਿਰਾਵਟ ਆਉਂਦੀ ਹੈ, ਹਰੇਕ ਮਹੀਨੇ ਹਰੇਕ ਸਾਲ ਗਿਰਾਵਟ ਆਉਂਦੀ ਹੈ, ਕੋਈ ਵੀ ਚੀਜ਼ ਨਵੀਂ ਖਰੀਦਾਂਗੇ ਤਾਂ ਜਦੋਂ ਉਹਨੂੰ ਵੇਚਾਂਗੇ ਉਹਦੇ ਵਿੱਚ ਗਿਰਾਵਟ ਆਊਗੀ। ਤਾਂ ਗਿਰਾਵਟ ਆਉਣ ਤੋਂ ਬਾਅਦ ਉਸ ਨੂੰ ਮਾਈਨਸ ਕਰਕੇ ਜਿੰਨਾ ਵੀ ਬਾਅਦ ਵਿੱਚ ਆਪਣੇ ਕੋਲੇ ਮਿਲਦਾ ਹੈ, ਆਪਾਂ ਨੂੰ ਜਿੰਨਾ ਵੀ ਬਾਅਦ ਦੇ ਵਿੱਚ ਆਪਣੇ ਕੋਲ ਕੀਮਤ ਰਹਿੰਦੀ ਹੈ ਉਸ ਚੀਜ਼ ਦੀ, ਉਹਨੂੰ ਅਸੀਂ ਕੀ ਕਹਾਂਗੇ? ਨੈਟ। ਸੋ ਗਰੋਸ ਤੋਂ ਬਾਅਦ ਨੈਟ ਇਨਕਮ ਆ ਜਾਂਦੀ ਹੈ। ਨੈਟ ਤੋਂ ਬਾਅਦ ਫਿਰ GDP ਕਾਹਦੇ ਵਿੱਚ ਕਨਵਰਟ ਹੋ ਜਾਂਦਾ ਹੈ? GN ਦੇ ਵਿੱਚ ਕਨਵਰਟ ਹੋ ਜਾਂਦੀ ਹੈ ਤੇ NDP ਆ ਜਾਂਦੀ ਆ। ਗਰੋਸ ਡੋਮੈਸਟਿਕ ਪ੍ਰੋਡਕਟ ਤੋਂ ਆਪਾਂ ਕਿੱਥੇ ਪਹੁੰਚ ਜਾਂਦੇ ਹਾਂ? ਨੈਟ ਡੋਮੈਸਟਿਕ ਪ੍ਰੋਡਕਟ ਤੇ ਪਹੁੰਚ ਜਾਂਦੇ ਹਾਂ। ਨੈਕਸਟ ਸਟੈਪ ਕੀ ਹੈ ਕਿ ਆਪਣੇ ਦੇਸ਼ ਦੇ ਲੋਕ ਜੋ ਵੀ ਬਾਹਰ ਗਏ ਹੋਏ ਆ ਉਹ ਵੀ ਆਪਣੇ ਦੇਸ਼ ਦੇ ਵਿੱਚ ਪੈਸਾ ਭੇਜ ਰਹੇ ਆ, ਤੇ ਜੋ ਬਾਹਰਲੇ ਦੇਸ਼ਾਂ ਦੇ ਲੋਕ ਥੋੜ੍ਹੇ ਬਹੁਤ ਆਪਣੇ ਕੋਲ ਰਹਿੰਦੇ ਆ ਤਾਂ ਉਹ ਆਪਣੇ ਦੇਸ਼ ਦਾ ਪੈਸਾ, ਆਪਦੀ ਇਨਕਮ ਹੈ ਜਿਹੜੀ ਉਹ ਬਾਹਰਲੇ ਦੇਸ਼ਾਂ ਨੂੰ ਭੇਜਦੇ ਆ। ਸੋ ਜੋ ਬਾਹਰਲੇ ਲੋਕ ਆਪਣੇ ਦੇਸ਼ ਦੇ ਲੋਕ ਆ ਜਿਹੜੇ ਬਾਹਰ ਗਏ ਵੇ ਆ, ਉਹਨਾਂ ਨੇ ਜੋ ਇਨਕਮ ਭੇਜੀ ਆ ਉਹਨੂੰ ਆਪਾਂ ਪਲੱਸ ਕਰ ਲੈਣਾ ਹੈ, ਤੇ ਜੋ ਆਪਾਂ ਉਹਨਾਂ ਨੂੰ ਇਨਕਮ ਦਿੱਤੀ ਹੈ, ਉਹਨਾਂ ਨੇ ਕਮਾਈ ਹੈ ਆਪਣੇ ਦੇਸ਼ 'ਚ, ਉਹਨੂੰ ਆਪਾਂ ਮਾਈਨਸ ਕਰ ਲੈਣਾ ਹੈ। ਲਾਸਟ ਤੇ ਜੋ ਵੀ ਇਹਦੇ ਵਿੱਚ ਇਨਡਾਇਰੈਕਟ ਟੈਕਸ ਆ ਉਹਨੂੰ ਮਾਈਨਸ ਕਰਕੇ, ਤੇ ਜੋ ਸਬਸਿਡੀ ਮਿਲੀ ਆਪਾਂ ਨੂੰ ਕਿਸੇ ਵੀ ਚੀਜ਼ ਤੇ ਉਸ ਨੂੰ ਪਲੱਸ ਕਰ ਲਿਆ, ਤੇ ਐਂਡ ਤੇ ਆਪਣੇ ਕੋਲੇ ਕੀ ਮਿਲ ਚੁੱਕਿਆ ਹੈ? ਨੈਟ ਨੈਸ਼ਨਲ ਪ੍ਰੋਡਕਟ ਫੈਕਟਰ ਕਾਸਟ ਦੇ ਵਿੱਚ ਨੈਸ਼ਨਲ ਇਨਕਮ ਆਪਾਂ ਨੂੰ ਮਿਲ ਚੁੱਕੀ ਹੈ। ਸੋ ਇਹ ਡਿਫਰੈਂਸ ਹੁੰਦਾ ਹੈ ਨੈਸ਼ਨਲ ਇਨਕਮ ਤੇ ਡੋਮੈਸਟਿਕ ਇਨਕਮ ਦੇ ਵਿੱਚ। ਸੋ ਮੈਨੂੰ ਉਮੀਦ ਆ ਵੀ ਤੁਹਾਨੂੰ ਇਹ ਗੱਲ ਕਲੀਅਰ ਹੋ ਚੁੱਕੀ ਹੋਊਗੀ। ਤਾਂ ਨੈਸ਼ਨਲ ਇਨਕਮ ਕੀ ਹੁੰਦੀ ਹੈ? ਨੈਸ਼ਨਲ ਇਨਕਮ ਇੱਕ ਸਾਲ ਦੇ ਵਿੱਚ ਇੱਕ ਦੇਸ਼ ਦੇ ਆਮ ਨਾਗਰਿਕਾਂ ਦੇ ਦੁਆਰਾ ਸਰਵਿਸ ਤੇ ਗੁਡਸ ਦੇ ਰੂਪ ਵਿੱਚ ਕਮਾਈ ਹੋਈ ਜਿਹੜੀ ਇਨਕਮ ਆ, ਭਾਵੇਂ ਉਹ ਸਰਵਿਸ ਦੇ ਰੂਪ ਵਿੱਚ ਹੋਵੇ, ਭਾਵੇਂ ਉਹ ਗੁਡਸ ਦੇ ਰੂਪ ਵਿੱਚ ਹੋਵੇ, ਕਮਾਈ ਹੋਈ ਜਿਹੜੀ ਇਨਕਮ ਹੈ ਉਸ ਨੂੰ ਅਸੀਂ ਨੈਸ਼ਨਲ ਇਨਕਮ ਕਹਿੰਦੇ ਹਾਂ। ਇਹਦੇ ਵਿੱਚ ਕਈ ਫਾਰਮ ਦੇ ਵਿੱਚ ਕਮਾਈ ਜਾ ਸਕਦੀ ਹੈ, ਰੈਂਟ, ਵੇਜਸ, ਇੰਟਰਸਟ, ਪ੍ਰੋਫਿਟ ਐਕਸੈਟਰਾ। ਦੋ ਚੀਜ਼ਾਂ ਹੁੰਦੀਆਂ ਹੈ, ਫੈਕਟਰ ਕਾਸਟ ਤੇ ਮਾਰਕੀਟ ਪ੍ਰਾਈਸ। ਫੈਕਟਰ ਕਾਸਟ ਦੇ ਵਿੱਚ ਮੂਲ ਲਾਗਤ ਆਉਂਦੀ ਹੈ, ਮਾਰਕੀਟ ਪ੍ਰਾਈਸ ਦੇ ਵਿੱਚ ਟੈਕਸ, ਸਰਕਾਰ ਵੱਲੋਂ ਲਾਏ ਹੋਏ ਟੈਕਸ ਜੋੜ ਕੇ ਫਿਰ ਚੀਜ਼ ਮਾਰਕੀਟ ਦੇ ਵਿੱਚ ਵੇਚੀ ਜਾਂਦੀ ਹੈ। ਉਸ ਤੋਂ ਬਾਅਦ ਨੈਸ਼ਨਲ ਇਨਕਮ ਤੇ ਡੋਮੈਸਟਿਕ ਇਨਕਮ ਦੇ ਵਿੱਚ ਡਿਫਰੈਂਸ ਕੀ ਆ? GDP ਕੀ ਹੁੰਦਾ ਤੇ GDP ਤੋਂ NDP ਤੇ NNP ਕਿਸ ਤਰ੍ਹਾਂ ਬਣਦੇ ਹਨ? GDP ਮੋਨੈਟਰੀ ਵੈਲਿਊ ਹੈ ਤੇ NNP ਨੈਟ ਨੈਸ਼ਨਲ ਪ੍ਰੋਡਕਟ ਆ, ਜਿਹਨੂੰ ਅਸੀਂ ਨੈਸ਼ਨਲ ਇਨਕਮ ਵੀ ਕਹਿੰਦੇ ਹਾਂ। ਮੈਨੂੰ ਉਮੀਦ ਆ ਵੀ ਤੁਸੀਂ ਨੈਸ਼ਨਲ ਇਨਕਮ ਦਾ ਕਨਸੈਪਟ ਬਹੁਤ ਚੰਗੀ ਤਰ੍ਹਾਂ ਸਮਝ ਚੁੱਕੇ ਹੋਵੋਗੇ। ਥੈਂਕ ਯੂ ਸੋ ਮਚ।